बहुत ही प्यारे विद्यार्थियों, गुरु नानक कॉलेज बड़लाडा ਦਾ ਪੰਜਾਬੀ ਵਿਭਾਗ ਤੁਹਾਡਾ ਸਵਾਗਤ ਕਰਦਾ। ਤੁਸੀਂ ਸਾਡੀ ਸੰਸਥਾ ਨਾਲ ਜੁੜੇ, ਸਾਡੇ ਕੋਲ ਦਾਖਲਾ ਲਿਆ, ਤੁਹਾਡਾ ਸਵਾਗਤ। ਅਸੀਂ ਪਹਿਲਾਂ ਵੀ ਅਕਸਰ ਆਖਦੇ ਹਾਂ ਕਿ ਤੁਸੀਂ ਸਾਡੇ ਵੱਲ ਇੱਕ ਕਦਮ ਵਧਾਓ, ਅਸੀਂ ਤੁਹਾਡੇ ਵੱਲ 2 ਕਦਮ ਚੱਲ ਕੇ ਆਵਾਂਗੇ। ਤੁਸੀਂ ਵੱਖ-ਵੱਖ ਸਬਜੈਕਟ ਪੜ੍ਹ ਰਹੇ ਹੋ, ਇੱਕ ਪੰਜਾਬੀ ਲਾਜ਼ਮੀ ਦਾ ਵਿਸ਼ਾ ਪੜ੍ਹ ਰਹੇ ਹੋ, ਅੰਗਰੇਜ਼ੀ ਲਾਜ਼ਮੀ ਦਾ ਵਿਸ਼ਾ ਪੜ੍ਹ ਰਹੇ ਹੋ, ਤੇ 3 ਵਿਸ਼ੇ ਨੇ ਜਿਹੜੇ ਤੁਸੀਂ ਉਹ ਚੋਣਵੇਂ ਰੱਖੇ ਹੋਏ। ਪੰਜਾਬੀ ਵਿਭਾਗ ਲਗਾਤਾਰਤਾ ਦੇ ਵਿੱਚ ਤੁਹਾਡੇ ਨਾਲ ਸਿਲੇਬਸ ਦੀਆਂ ਗੱਲਾਂ, ਸਿਲੇਬਸ ਦੇ ਨਾਲ ਕੁਝ ਜੋੜ ਕੇ ਗੱਲਾਂ ਕਰ ਰਿਹਾ। ਸਾਡਾ ਉਦੇਸ਼ ਕਿ ਵਿਦਿਆਰਥੀ ਵੱਧ ਤੋਂ ਵੱਧ ਸਿੱਖੇ, ਵਿਦਿਆਰਥੀ ਵੱਧ ਤੋਂ ਵੱਧ ਆਨਲਾਈਨ ਪੜ੍ਹਾਈ ਦਾ ਜਿਹੜਾ ਫਾਇਦਾ ਲਵੇ। ਸਾਡੀ ਸੰਸਥਾ ਦਾ ਵੀ ਇਹ ਉਦੇਸ਼ ਹੈ। ਸਾਡਾ ਮਨੋਰਥ ਇਹੋ ਹੈ ਕਿ ਅਸੀਂ ਇਸ ਸੰਕਟ ਦੇ ਸਮੇਂ ਦੇ ਵਿੱਚ, ਜਦੋਂ ਪੂਰਾ ਵਿਸ਼ਵ ਇੱਕ ਭਿਆਨਕ ਬਿਮਾਰੀ ਦੇ ਨਾਲ ਗ੍ਰਸਤ ਹੈ, ਉਸ ਦੌਰ ਦੇ ਵਿੱਚ ਅਸੀਂ ਬੱਚਿਆਂ ਦੇ ਤੱਕ ਆਨਲਾਈਨ ਮਾਧਿਅਮ ਦੇ ਰਾਹੀਂ, ਜ਼ੂਮ ਐਪ ਦੇ ਮਾਧਿਅਮ ਰਾਹੀਂ, ਸਿਸਕੋ ਰਾਹੀਂ, ਜਾਂ ਜਿਹੜੀਆਂ ਵੀ ਸਾਡੇ ਕੋਲੇ ਉਪਲਬਧ ਨੇ ਗੂਗਲ ਕਲਾਸਰੂਮ ਰਾਹੀਂ ਤੁਹਾਡੇ ਤੱਕ ਬਾਰ-ਬਾਰ ਅਪੜ ਰਹੇ ਹਾਂ। BA ਭਾਗ ਪਹਿਲਾ ਦਾ ਇੰਚਾਰਜ ਹੋਣ ਦੇ ਨਾਤੇ ਵੀ, ਪੰਜਾਬੀ ਵਿਭਾਗ ਦਾ ਸਹਾਇਕ ਪ੍ਰੋਫੈਸਰ ਹੋਣ ਦੇ ਨਾਤੇ ਵੀ ਮੇਰਾ ਫਰਜ਼ ਹੈ ਕਿ ਜੇਕਰ ਤੁਹਾਡੀਆਂ ਕੋਈ ਸਮੱਸਿਆਵਾਂ ਨੇ ਉਹ ਵੀ ਸਾਡੇ ਨਾਲ ਤੁਸੀਂ ਅਕਸਰ ਸਾਂਝੀਆਂ ਕਰੋ। ਪਿਛਲੇ ਦਿਨਾਂ ਦੇ ਵਿੱਚ ਮੈਂ ਕੁਝ ਕਿਤਾਬਾਂ ਦੇ ਸੰਬੰਧ ਵਿੱਚ ਗੱਲਾਂ ਕਰੀਆਂ ਸੀ। ਅੱਜ ਕੁਝ ਗੱਲਾਂ ਕਿਤਾਬਾਂ ਦੇ ਨਾਲ ਤੇ ਕੁਝ ਗੱਲਾਂ ਪੰਜਾਬੀ ਕਹਾਣੀ ਦੇ ਸੰਦਰਭ ਦੇ ਵਿੱਚ ਅਸੀਂ ਕਰਾਂਗੇ, ਕਿਉਂਕਿ ਵਿਭਾਗ ਸੋਚਦਾ ਕਿ ਗੱਲਾਂ ਦੇ ਨਾਲ ਨਾਲ ਥੋੜ੍ਹਾ ਸਿਲੇਬਸ ਵੀ ਅਸੀਂ ਸ਼ੁਰੂ ਕਰ ਲਈਏ। ਮੇਰਾ ਬਹੁਤ ਹੀ ਪਿਆਰਾ ਮਿੱਤਰ ਗੁਰਪ੍ਰੀਤ ਜਿਹਨੇ ਇੱਕ ਵੱਖਰੇ ਜਿਹੇ ਤਰ੍ਹਾਂ ਦੀ ਕਿਤਾਬ ਹੁਣੇ ਆਈ ਆ, ਉਹਦੀ ਡਾਇਰੀ ਹੈ। ਅਸਲ ਦੇ ਵਿੱਚ ਜਦੋਂ ਤੁਸੀਂ ਸਾਹਿਤ ਨਾਲ ਬਹੁਤ ਗੰਭੀਰਤਾ ਨਾਲ ਸਾਹਿਤ ਨੂੰ ਬਾਚੋਗੇ ਤਾਂ ਡਾਇਰੀ ਵੀ ਸਾਡਾ ਇੱਕ ਸਾਹਿਤ ਦਾ ਰੂਪ ਹੈ। ਆਧੁਨਿਕਤਾ ਦੇ ਵਿੱਚ ਬਹੁਤ ਸਾਰੇ ਰੂਪਾਂ ਆਏ, ਬਹੁਤ ਸਾਰੇ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਸਾਡੇ ਕੋਲ ਆਏ, ਪੱਛਮ ਦੇ ਪ੍ਰਭਾਵ ਅਧੀਨ ਸਾਡੇ ਕੋਲ ਆਏ। ਬਹੁਤ ਸਾਡੇ ਮੱਧਕਾਲ ਦੇ ਵਿੱਚ ਜਿਹੜੇ ਸਾਡੇ ਕੋਲ ਰੂਪ ਚੱਲਦੇ ਸੀ, ਉਹਦਾ ਥੋੜ੍ਹਾ ਬਦਲਦੇ ਰੂਪ ਦੇ ਸਾਡੇ ਕੋਲ ਬਹੁਤ ਸਾਰੇ ਰੂਪ ਆਏ। ਡਾਇਰੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਨਿਤ ਦਿਨ, ਜਿਹੜਾ ਵੀ ਦਿਨੇ ਕੰਮ ਕਰਦੇ ਹੋ, ਜਿਹੜੀ ਵੀ ਤੁਸੀਂ ਕਿਤਾਬ ਪੜ੍ਹਦੇ ਹੋ, ਜਿਹੜੀ ਵੀ ਤੁਸੀਂ ਫਿਲਮ ਵੇਖਦੇ ਹੋ, ਜਿਹੜੇ ਵੀ ਤੁਸੀਂ ਪ੍ਰਭਾਵ ਸਮਾਜ ਦੇ ਗ੍ਰਹਿਣ ਕਰਦੇ ਹੋ, ਇੱਕ ਡਾਇਰੀ ਲਗਾਓ ਤੇ ਡਾਇਰੀ ਦੇ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਨੋਟ ਲਿਖੋ। ਤੁਹਾਡੇ ਅੰਦਰ ਬਹੁਤ ਸਾਰੀਆਂ ਸਿਰਜਣਾਤਮਕ ਪ੍ਰਤਿਭਾਵਾਂ ਬੈਠੀਆਂ ਨੇ, ਤੁਹਾਡੇ ਅੰਦਰ ਬਹੁਤ ਵੱਡੇ ਕਲਾਕਾਰ ਹੈਗੇ ਨੇ, ਤੁਹਾਡੇ ਅੰਦਰ ਬਹੁਤ ਵੱਡਾ ਸਿਰਜਕ ਹੈ, ਸਾਹਿਤ ਲੇਖਕ ਹੈ। ਮੈਂ ਦੁਆ ਕਰਦਾ ਕਿ ਤੁਸੀਂ ਵੱਡੇ ਹੋ ਕੇ ਸਾਰੇ ਆਪੋ ਆਪਣੀਆਂ ਸਾਹਿਤਕ ਸਵੈ ਜੀਵਨੀਆਂ ਲਿਖੋ, ਆਪਣੀਆਂ ਸਵੈ ਜੀਵਨੀਆਂ ਲਿਖੋ। ਤਾਂ ਉਸ ਦੌਰ ਦੇ ਵਿੱਚ ਕੀ ਬਣੇਗਾ ਕਿ ਤੁਹਾਡੇ ਜਿਹੜੀਆਂ ਡਾਇਰੀਆਂ ਹੋਣਗੀਆਂ ਉਹ ਬਹੁਤ ਜ਼ਿਆਦਾ ਕੰਮ ਆਉਣਗੀਆਂ। ਪੰਜਾਬੀ ਦਾ ਇੱਕ ਬਹੁਤ ਵੱਡਾ ਵਿਦਵਾਨ, ਜਿਹਨੂੰ ਜਿੱਥੇ ਵੀ ਪੰਜਾਬੀ ਦੀ ਗੱਲ ਚੱਲਦੀ ਹੈ, ਡਾਕਟਰ ਕੇਸਰ ਸਿੰਘ ਕੇਸਰ ਹੋਰਾਂ ਦੀ ਗੱਲ ਅਸੀਂ ਅਕਸਰ ਕਰਦੇ ਹਾਂ।
तो गुरप्रीत ਨਾਲ ਗੱਲਾਂ ਕਰਦੇ ਆ ਬਲਦੇਵ ਸਿੰਘ ਢਾਲੀਵਾਲ ਹੋਰਾਂ ਨੇ, ਜਿਹੜੇ ਉਹਨਾਂ ਦੇ ਬਹੁਤ ਹੀ ਪਿਆਰੇ ਵਿਦਿਆਰਥੀ ਨੇ ਕੇਸਰ ਸਿੰਘ ਕੇਸਰ ਹੋਰਾਂ ਦੇ। ਉਹਨਾਂ ਨੇ ਕੇਸਰ ਸਿੰਘ ਕੇਸਰ ਬਾਰੇ ਇੱਕ ਗੱਲ ਕਰੀ ਕਿ ਉਹ ਕਿਤਾਬਾਂ ਨਾਲ ਕਿਸ ਹੱਦ ਤੱਕ ਜੁੜੇ ਹੋਏ ਸੀ। ਡਾਕਟਰ ਸੁਖਦੇਵ ਸਿੰਘ ਕਹਿੰਦਾ ਕਿ ਕੇਸਰ ਸਿੰਘ ਕੇਸਰ ਨੂੰ ਕਿਤਾਬ ਨਾਲ ਰੋਗ ਦੀ ਹੱਦ ਤੱਕ ਇਸ਼ਕ ਸੀ। ਇਸ ਗੱਲ ਦੀ ਪ੍ਰੋੜਤਾ ਬਲਦੇਵ ਸਿੰਘ ਢਾਲੀਵਾਲ ਹੋਰਾਂ ਦੀ ਕਿਤਾਬ ਜਾਂ ਉਹਨਾਂ ਦੀ ਗੱਲ ਵੀ ਕਰਦੀ ਹੈ। ਇੱਕ ਦਿਨ ਕੀ ਵਾਪਰਦਾ ਕਿ ਸੌਦਾ ਪੱਤਾ ਖਰੀਦਣ ਦੇ ਲਈ ਕੇਸਰ ਸਿੰਘ ਕੇਸਰ ਤੇ ਉਹਦੀ ਪਤਨੀ ਮੰਜੀ ਜਸਵੀਰ ਕੌਰ ਕੇਸਰ ਮਾਰਕੀਟ ਜਾ ਰਹੇ ਨੇ। ਰਸਤੇ ਦੇ ਵਿੱਚ ਇੱਕ ਕਿਤਾਬਾਂ ਦੀ ਮਾਰਕੀਟ ਆ। ਕਿਤਾਬਾਂ ਦੀਆਂ ਵੀ ਅੱਜ ਕੱਲ੍ਹ ਮਾਰਕੀਟਾਂ ਨੇ। ਉਹ ਦੋਵੇਂ ਕੀ ਹੈ, ਫੁੱਟਪਾਥ ਦੇ ਉੱਤੇ ਉਹ ਜਿਹੜਾ ਬੁੱਕ ਬਾਜ਼ਾਰ ਆ ਉੱਥੇ ਰੁਕਦੇ ਨੇ। ਕੇਸਰ ਸਿੰਘ ਕੇਸਰ ਆਪਣੇ ਆਦਤ ਮੁਤਾਬਕ ਕਿਤਾਬ ਵੇਖਦਾ ਤਾਂ ਉਹਨਾਂ ਦੀ ਪਤਨੀ ਕਹਿੰਦੀ ਹੈ ਕਿ ਲੈਣੀ ਹੈ। ਉਹ ਕਹਿੰਦਾ ਨਹੀਂ, ਮੈਂ ਸਿਰਫ ਵੇਖਣੀ ਹੈ। ਉਹ ਕਿਤਾਬ ਨੂੰ ਕਦੇ ਅੱਗੋਂ ਵੇਖਦਾ ਹੈ, ਕਦੇ ਪਿੱਛੋਂ ਵੇਖਦਾ ਹੈ, ਪਰਤਦਾ ਪੰਨੇ। ਇੰਨਾ ਕਰਦਿਆਂ ਕਰਦਿਆਂ ਡਾਕਟਰ ਕੇਸਰ ਸਿੰਘ ਕੇਸਰ ਹੋਰਾਂ ਦੇ ਉਹ ਕਿਤਾਬ ਪਸੰਦ ਆਉਂਦੀ ਹੈ। ਮੈਂ ਤੁਹਾਡੇ ਨਾਲ ਗੱਲ ਤਾਂ ਕਰਦਾ ਕਿ ਤੁਸੀਂ ਕਿਤਾਬ ਨਾਲ ਜੁੜਨਾ। ਜਦੋਂ ਸਾਡੀ ਸੰਸਥਾ ਨਾਲ ਜੁੜਨਾ, ਸਾਡੀ ਸੰਸਥਾ ਦਾ ਮਨੋਰਥ ਹੀ ਇਹ ਹੈ, ਸਾਡੇ ਵਿਭਾਗ ਦਾ ਮਨੋਰਥ ਵੀ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਕਿਤਾਬਾਂ ਨਾਲ ਜੁੜੋ। ਉਹ ਕਹਿੰਦੇ ਕਿ ਚਲੋ ਸੌਦਾ ਪੱਤਾ ਬਾਅਦ 'ਚ ਲੈ ਲਵਾਂਗੇ, ਪਹਿਲਾਂ ਕਿਤਾਬ ਲੈ ਲਈਏ। ਕਿਤਾਬ ਵੇਖੋ ਕਿੰਨੇ ਰੁਪਈਆਂ ਦੀ ਹੈ ਤੇ ਉਹਨਾਂ ਦੀ ਜੇਬ ਦੇ ਵਿੱਚ ਕਿੰਨੇ ਰੁਪਈਏ ਨੇ। ਉਹਨਾਂ ਦੀ ਜੇਬ ਦੇ ਵਿੱਚ ਰੁਪਈਏ ਨੇ 13 ਤੇ ਕਿਤਾਬ ਹੈ 21 ਰੁਪਈਆਂ ਦੀ। ਤਾਂ ਡਾਕਟਰ ਕੇਸਰ ਸਿੰਘ ਕੇਸਰ ਹੋਰੀ ਉਸ ਨੂੰ ਕਹਿੰਦੇ ਨੇ ਜਦੋਂ ਕਿਤਾਬ ਖਰੀਦਣੀ ਹੈ ਕਿ ਇਸ ਕਿਤਾਬ ਨੂੰ ਆਪਣੇ ਕੋਲ ਰੱਖ, ਅਸੀਂ ਘਰੋਂ ਪੈਸੇ ਲੈ ਕੇ ਵਾਪਸ ਤੁਹਾਡੇ ਤੋਂ ਕਿਤਾਬ ਲਵਾਂਗੇ। ਆਪਣੀ ਪਤਨੀ ਨੂੰ ਪੁੱਛਦੇ ਨੇ ਕਿ ਘਰੇ ਕਿੰਨੇ ਪੈਸੇ ਨੇ। ਉਹ ਕਹਿੰਦੀ ਹੋਣਗੇ 7-8 ਰੁਪਈਏ। ਤਾਂ ਘਰੋਂ 10 ਰੁਪਏ ਇਕੱਠੇ ਕਰਕੇ ਉਹ 21 ਰੁਪਈਆਂ ਦੀ ਕਿਤਾਬ ਖਰੀਦਦੇ ਨੇ। ਕਿਤਾਬ ਖਰੀਦ ਕੇ ਘਰੇ ਪਰ ਤੇ ਉਸ ਕਿਤਾਬ ਨਾਲ ਉਹ ਜਿਉਂਦੇ ਆ। ਹੁਣ ਜਿਹੜਾ ਅਧਿਆਪਕ ਇਸ ਹੱਦ ਤੱਕ ਕਿਤਾਬ ਨੂੰ ਇਸ਼ਕ ਕਰਦਾ ਹੈ, ਮੇਰਾ ਉਸ ਅਧਿਆਪਕ ਦੇ ਹੱਥ ਚੁੰਮਣ ਨੂੰ ਦਿਲ ਕਰਦਾ। ਹੁਣ ਜਦੋਂ ਅਸੀਂ ਜਿਹੜੀ ਸੰਸਥਾ ਦੇ ਵਿੱਚ ਅਸੀਂ ਆਏ, ਉਹ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਸੰਸਥਾ ਹੈ। ਗੁਰੂ ਨਾਨਕ ਕਾਲਜ ਤੁਹਾਨੂੰ ਸਿੱਧੇ ਰੂਪ ਦੇ ਵਿੱਚ ਕਿਤਾਬ ਦੇ ਨਾਲ ਜੋੜਦਾ। ਇੱਕ ਬਹੁਤ ਵੱਡੀ ਲਾਇਬ੍ਰੇਰੀ ਸੰਸਥਾ ਦੇ ਵਿੱਚ ਹੈ। ਇੱਕ ਬਹੁਤ ਵੱਡਾ ਪੁਸਤਕਾਂ ਦਾ ਭੰਡਾਰ ਸੰਸਥਾ ਦੇ ਵਿੱਚ ਹੈ। ਈ ਲਾਇਬ੍ਰੇਰੀ ਸਾਡੇ ਕੋਲ ਹੈ। ਦੁਨੀਆ ਦੇ ਬਹੁਤ ਜਿਹੜੇ ਮਸ਼ਹੂਰ ਰਸਾਲੇ ਨੇ, ਖੋਜ ਪੱਤਰਕਾਰ ਨੇ, ਉਹ ਸਾਡੀ ਲਾਇਬ੍ਰੇਰੀ ਦੇ ਵਿੱਚ ਆਉਂਦੀਆਂ ਨੇ। ਪਰ ਜਿਸ ਦੌਰ ਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ, ਉਹ ਦੌਰ ਦੇ ਵਿੱਚ ਅਸੀਂ ਲਾਇਬ੍ਰੇਰੀ ਦੇ ਵਿੱਚ ਬੈਠ ਨਹੀਂ ਸਕਦੇ। ਤਾਂ ਸਾਡੇ ਕੋਲ ਬਹੁਤ ਸਾਰੀਆਂ ਐਪਸ ਹੈਗੀਆਂ ਨੇ ਜਿਹਦੇ ਰਾਹੀਂ ਅਸੀਂ ਕਿਤਾਬ ਨੂੰ ਪੜ੍ਹ ਸਕਦੇ ਹਾਂ। ਕਿਤਾਬਾਂ ਡਾਊਨਲੋਡ ਹੁੰਦੀਆਂ ਨੇ, PDF ਫਾਈਲ ਜਿਹਨੂੰ ਤੁਸੀਂ ਕਹਿੰਦੇ ਹੋ। ਮੈਂ ਅਕਸਰ ਜਦੋਂ ਵਿਹਲਾ ਹੁੰਦਾ ਤਾਂ ਬਹੁਤ ਸਾਰੇ ਪੇਪਰ ਮੋਬਾਈਲ ਦੇ ਉੱਤੇ ਪੜ੍ਹਦਾ, ਕਿਉਂਕਿ ਜਿੰਨਾ ਸਮਾਂ ਅਸੀਂ ਸ਼ਬਦ ਨਾਲ, ਕਿਤਾਬ ਨਾਲ ਰੋਗ ਦੀ ਹੱਦ ਤੱਕ ਇਸ਼ਕ ਨਹੀਂ ਕਰਦੇ, ਉਨਾ ਸਮਾਂ ਅਸੀਂ ਜਿਹੜਾ ਵੱਖਰੇ ਤਰੀਕੇ ਨਾਲ ਜਿਉਣ ਦੇ ਰਾਹ ਨਹੀਂ ਤੁਰ ਸਕਦੇ। ਕਿਤਾਬ ਬੰਦੇ ਨੂੰ ਬਹੁਤ ਕੁਛ ਦਿੰਦੀ ਹੈ। ਜੇਕਰ ਕੋਈ ਬੰਦਾ ਕਿਤਾਬ ਨਾਲ ਜੁੜਦਾ, ਸੱਚ ਜਾਣਿਓ, ਜਿਸ ਦਿਨ ਤੁਸੀਂ ਪਹਿਲੀ ਕਿਤਾਬ ਪੜ੍ਹੀ ਤੇ ਲਗਾਤਾਰਤਾ ਦੇ ਵਿੱਚ ਕਿਤਾਬਾਂ ਪੜ੍ਹੀਆਂ, ਉਸ ਦਿਨ ਤੋਂ ਬਾਅਦ 10-12 ਸਾਲ ਲਗਾਤਾਰ ਕਿਤਾਬਾਂ ਪੜ੍ਹਨ ਤੋਂ ਬਾਅਦ ਜਦੋਂ ਤੁਸੀਂ ਵੇਖਿਆ ਤਾਂ ਤੁਹਾਡੀ ਪਰਸਨੈਲਿਟੀ ਬਿਲਕੁਲ ਵੱਖਰੀ ਹੋ ਜਾਏ।
जेकर यकीन नहीं है तो मेरी मन के चैखव की कहानी शर्त पढ़ियो। उस ते एक फिल्म भी बनी हुई है, शॉर्ट फिल्म, साढ़े बहुत ही प्यारे मित्र सागर सुरिंदर ने बनाई है। हुण उस कहानी दे विच की है मैं ये तो नहीं दसांगा, पर मैं ये वादा करदा कि कहानी पढ़न तो बाद जां फिल्म वेखण तो बाद तुहाडी परसनैलिटी बिल्कुल बदलेगी। दुनिया के बहुत बड़े बड़े बंदे जो किताब नाल जुड़े तो उन्होंने परसनैलिटी के बहुत बड़े बड़े निखार आए। असी अक्सर किताबां दीयां गल्लां करते हैं, असी अक्सर पढ़न लिखण दीयां गल्लां करते हैं। तुसीं मेरे विभाग दे विच कदे एक चक्कर मारियो, उत्थे तुहानूं वो विद्वान मिलणगे जिहड़े सच्चों फकीर ने, जिन्हां दी संगत करके तुसीं धन धन हो जाओ। वखरिया वखरिया बधावां दे वखरे वखरे विषयां दे माहर उस संस्था दे विच पढ़ाउंदे हन। डॉक्टर सतगुर सिंह नूं कौन नहीं जानता। एक चलदी फिरदा मैं एनसाइक्लोपीडिया लिटरेचर का उन्होंने अक्सर आखदा हूँ। उस तरह के अध्यापकों के जो तुसीं दर्शन करोगे, उस तरह के अध्यापकों तो जो तुसीं पढ़ोगे, तुहाडा रहन का ढंग, तुहाडा बोलण का ढंग, तुहाडा पहरावा सब कुछ बदलेगा। तुसीं फिजा दे विच जिहड़े अखर फिरदे ने उन्होंने फड़न सीखोगे। जो BA दे विच तुसीं आओगे, साढ़े कोले हर विषय का माहर अध्यापक है। अर्थशास्त्र के अपने माहर अध्यापक ने डॉक्टर संदीप कौर, गणित दे विच बहुत माहिर अध्यापक ने, तकरीबन डॉक्टरेट पद्धर के जोड़े अध्यापक ने साड़ी संस्था के पढ़ाते। मैं समझदा कि एक बारी तुसीं साडे कोले जदों आओगे तो तुहाडा मन साडा होकर रह जाएगा। हरेक बंदे का पढ़ाउण का एक ढंग है, हरेक बंदे का पढ़न का एक स्टाइल है, ढंग है जिन्हों मैं कहना। तुसीं कोई एक वाक पढ़ते हो, उसे वाक नूं थिएटर का बंदा बिल्कुल होर तरीके नाल पढ़ेगा, फिलोसफी का बंदा बिल्कुल होर तरीके नाल पढ़ेगा, धर्म का बंदा बिल्कुल होर तरीके नाल पढ़ेगा, पंजाबी का बंदा बिल्कुल होर तरीके नाल पढ़ेगा। पात्र साहब का एक शेयर है, अथरू टैस्ट ट्यूब च पा के वेखांगे, राती किस महबूब लई तू रोया सी। इनू साहित्य का विद्यार्थी जिहड़ा दिमाग की बजाय दिल नाल गल्लां करदा, वो सुन सार अखा मुंद के वाह कहेगा। इनू फिजिक्स या कैमिस्ट्री का विद्यार्थी बिल्कुल होर तरीके नाल वेखेगा, इनू गणित का विद्यार्थी बिल्कुल होर तरीके नाल वेखेगा, इनू शरीरक सिक्ख्या का विद्यार्थी बिल्कुल होर तरीके नाल वेखेगा। क्योंकि सानू किताबां ने दृष्टियां देनियां हुंदियां ने। जदों तुसीं कोई किताब पढ़ते हो, वो किताब पढ़दे तुहाडे कोल कोई दृष्टि, सोचण दा ढंग, समझ अपने आप आउंदी है। जदों तुसीं किताबां पढ़ते हो, एक किताब पढ़ते हो, दो किताबां पढ़ते हो, तीन किताबां पढ़ते हो, तुहाडी समझ के पद्धर बदलते जांदे। ये साडी संस्था का मनोरथ गुरु नानक
ਸਾਹਿਬ ਦੇ ਉਦੇਸ਼ ਨੂੰ ਲੈ ਕੇ ਚੱਲਣਾ ਹੈ, ਤੁਹਾਡੀ ਸਮਝ ਨੂੰ ਉਸ ਪੱਧਰ ਤੇ ਲੈ ਕੇ ਜਾਣਾ ਕਿ ਤੁਸੀਂ ਇੱਕ ਉਸ ਤਰ੍ਹਾਂ ਦੇ ਵਿਦਿਆਰਥੀ ਬਣ ਸਕੋ, ਉਸ ਤਰ੍ਹਾਂ ਦਾ ਆਪਣਾ ਰਹਿਣ ਸਹਿਣ, ਗੱਲ ਕਰਨ ਦਾ ਢੰਗ ਉਹ ਬਣਾ ਸਕੋ। ਜਿਹਦੇ 'ਤੇ ਚੱਲਦੇ ਹਾਂ, ਪਾਤਰ ਸਾਹਿਬ ਦਾ ਸ਼ੇਅਰ ਤੁਸੀਂ ਸੁਣਿਆ, ਮੈਂ ਰਾਹਾਂ 'ਤੇ ਨਹੀਂ ਤੁਰਦਾ, ਤੁਰਦਾ ਹਾਂ ਤਾਂ ਰਾਹ ਬਣਦੇ ਨੇ, ਜੁੱਗਾਂ ਤੋਂ ਆਉਂਦੇ ਕਾਫਲੇ ਸੱਚ ਦਾ ਗਵਾਹ ਬਣਦੇ। ਤੁਸੀਂ ਆਪ ਰਸਤੇ ਬਣਾਓ, ਪਹਿਲਾਂ ਆਓ, ਆਪਣੇ ਮਨ ਮਰਜ਼ੀ ਦੇ ਵਿਸ਼ੇ ਚੁਣੋ ਤੇ ਸਫਲਤਾ ਹਾਸਲ ਕਰੋ। ਅਸੀਂ ਸੋਚਦੇ ਹਾਂ ਕਿ ਜਿਹੜੀ ਕਲਮ ਸਾਡੀ ਇਸ ਧਰਤੀ 'ਤੇ ਲੱਗੀ, ਗੁਰੂ ਨਾਨਕ ਪਾਤਸ਼ਾਹ ਦੇ ਨਾਂ 'ਤੇ ਬਣੇ ਕਾਲਜ ਦੇ ਵਿੱਚ ਲੱਗੀ, ਉਹ ਕਲਮ 2-4 ਸਾਲਾਂ ਦੇ ਵਿੱਚ, ਜਿੰਨਾ ਚਿਰ ਤੁਸੀਂ ਸਾਡੇ ਕੋਲ ਰਹੋ, ਜਦੋਂ ਜਾਓ ਤਾਂ ਗੁਲਾਬ ਬਣ ਕੇ ਖਿੜੇ। ਤਾਂ ਕਰਕੇ ਸਿੱਖਿਆ ਸੰਸਥਾਵਾਂ ਦੇ ਗੇਟ 'ਤੇ ਲਿਖਿਆ ਹੁੰਦਾ ਕਿ ਮੈਂ ਜਦੋਂ ਆਇਆ ਸੀ ਤਾਂ ਜਦੋਂ ਮੈਂ ਜਾ ਰਿਹਾ, ਮੇਰੇ 'ਚ ਕੀ ਫਰਕ। ਤੇ ਸਾਡਾ ਵਾਅਦਾ ਹੈ ਕਿ ਤੁਹਾਡੇ 'ਚ ਫਰਕ ਪਵੇਗਾ। ਧੰਨਵਾਦ।